ਸ੍ਰੀ ਵਾਹਿਗੁਰੂ ਸਾਹਿਬ ਜੀ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ, ਆਪੇ ਗੁਰੂ ਚੇਲਾ। ਸੋ ਕਹੋ ਟਲ ਗੁਰ ਸੇਵੀਐ, ਅਹਨਸੈ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਕਲ ਜੁਗ ਕਾ ਧਰਮ ਕਹੋ ਤੁਮ ਭਾਈ, ਕਿਮ ਛੂਟੇ ਹਮ ਛੁਟ ਕਾ ਕੇ। ਹਰ ਹਰ ਜਪ ਬੇੜੇ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਕਲ ਜੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟ ਕਾ ਕੇ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੈ ਤਰਾਕੀ। ਹਰ ਜੀ ਲਾਜ ਰਖੋ ਹਰ ਜਨ ਕੀ, ਹਰ ਹਰ ਜਪਨ ਜਪਾਵੋ ਆਪਣਾ। ਹਮ ਮਾਂਗੇ ਭਗਤ ਹੋਈ ਕਾਕੀ ਰਹਾਓ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ। ਲੇਖਾ ਚਿਤਰ ਗੁਪਤ ਜੋ ਲਿਖਿਆ, ਸਭ ਛੁਟੀ ਜਮ ਕੇ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੇ। ਦਿਨਿਅਰ ਸੂਰ ਤ੍ਰਿਸ਼ਨਾ ਅਗਨ ਗਜਾਨੀ, ਸਿਵ ਚਰਿਓ ਚੰਦ ਚੰਦਾਕੀ। ਤੁਮ ਵਡ ਪੁਰਖ ਵਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੇ। ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ। ਤੁਮ ਵਡ ਪੁਰਖ ਵਡ ਅਗਮ ਅਗੋਚਰ, ਤੁਮ ਆਪੇ ਆਪ ਅਪਾਕੇ। ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ, ਕਰ ਦਾਸਨ ਦਾਸ ਦਸਾ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਖਾਲਸਾ ਜੀ ਦੀ ਜਨਮ ਦਿਹਾੜੇ ਦੀ, ਵਿਸਾਖੀ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਪਿਆਰਿਓ, ਆਪ ਸਾਰੀਆਂ ਸੰਗਤਾਂ ਜਿਤਨੇ ਵੀ ਗੁਰੂ ਨਾਨਕ ਨਾਮ ਲੇਵਾ ਸਤਿਗੁਰ ਦੇ ਮੁਬਾਰਕ ਚਰਨਾਂ ਦੇ ਨਾਲ ਜੁੜੇ ਹੋਏ ਹੋ, ਸੱਚਖੰਡ ਦੇ ਨਾਲ ਜੁੜੇ ਹੋਏ ਹੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਚਨ ਹੁਕਮਨਾਮੇ ਦੇ ਰੂਪ ਵਿੱਚ ਆਪ ਜੀਆਂ ਨੇ ਸਰਵਣ ਕੀਤੇ ਹਨ। ਇਹ ਜੋ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਪਿਆਰਿਓ, ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਪਿਆਰਿਓ ਜਦੋਂ 3 ਦਿਨ ਦੀ ਡਿਊਟੀ ਲਾਈ ਹੈ ਸੁਲਤਾਨਪੁਰ ਦੇ ਵਿੱਚ, ਤੇ ਸਾਰੇ ਇਹੋ ਆਖਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਡੁੱਬ ਗਏ, ਪਰ ਮੇਰੇ ਦੀਨ ਦੁਨੀ ਦੇ ਮਾਲਕ ਉਸ ਵੇਲੇ ਪਿਆਰਿਓ ਪਰਮੇਸ਼ਰ ਦੇ ਨਾਲ ਪਹਿਲੀ ਮਿਲਣੀ ਹੋਈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਰਮੇਸ਼ਰ ਦੇ ਕੋਲ ਪਹੁੰਚੇ ਹਨ। ਇਹ ਪਿਆਰੇ ਉੱਥੇ ਪਰਮੇਸ਼ਰ ਨੇ ਨਾਮ ਦਾ ਪਿਆਲਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੀਣ ਵਾਸਤੇ ਦਿੱਤਾ, ਤੇ ਇਹ ਗੱਲ ਆਖੀ ਕਿ ਨਾਨਕ ਇਸ ਦੀ ਕੀਮਤ ਕਹੋ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਜੋ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਇਹ ਗੱਲ ਆਖੀ ਕਿ ਤੇਰੀ ਕੀਮਤ ਨਾ ਪਵੈ, ਹਉ ਕੇਵਲ ਆਖਾਂ ਨਾ। ਵਾਹਿਗੁਰੂ ਜੀ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਤੇ ਪਿਆਰੇ ਜੀ, 3 ਦਿਨਾਂ ਤੋਂ ਬਾਅਦ ਬਈ ਨਦੀ ਤੋਂ ਬਾਹਰ ਆਏ
ਕਿਸੇ ਧਰਮਸ਼ਾਲਾ ਵਿੱਚ ਨਹੀਂ ਗਏ, ਕਿਸੇ ਹੋਰ ਜਗ੍ਹਾ ਤੇ ਨਹੀਂ ਗਏ। ਸਭ ਤੋਂ ਪਹਿਲਾਂ ਕਿੱਥੇ ਗਏ ਨੇ? ਮੜੀਆਂ ਦੇ ਵਿੱਚ ਬੈਠੇ ਹੋਏ ਸਨ। ਮੜੀਆਂ ਦੇ ਵਿੱਚ ਬੈਠੇ ਪਿਆਰੋ ਵੇਖੋ, ਇਹ ਤਿਆਰੀ ਹੋ ਰਹੀ ਹੈ। ਖਾਲਸਾ ਪੰਥ ਦੀ ਸਾਜਨਾ ਦੀ ਪ੍ਰਗਟ ਦੀ ਇਹ ਤਿਆਰੀ ਹੋ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮੜੀਆਂ ਦੇ ਵਿੱਚ ਬੈਠੇ ਹੋਏ। ਮੜੀਆਂ ਦੇ ਵਿੱਚ ਕਿਉਂ? ਜਿੱਥੇ ਮੌਤ ਹੈ। ਇਹ ਸਤਿਗੁਰੂ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਰੀ ਗਲੀ ਮੁਰਿਆਓ। ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਣ ਨ ਕੀਜੈ। ਇਹ ਮਾਰਗ ਕਿਹੋ ਜਿਹਾ ਆਇਆ? ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੜ ਆਸ। ਕਹੋ ਸਬਨ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ। ਭਗਤ ਕਬੀਰ ਜੀਆਂ ਦੇ ਵੀ ਬਚਨ ਹਨ ਪਿਆਰਿਓ, ਕਿ ਪਹਿਲਾਂ ਸਿਰ ਰੱਖ ਕੇ ਤਲੀ ਤੇ ਫੇਰ ਜੇ ਕੋਈ ਪ੍ਰੇਮ ਦੀ ਗਲੀ ਦੇ ਵਿੱਚ ਆਉਣਾ ਚਾਹੁੰਦਾ ਹੈ ਕਿ ਉਸ ਨੂੰ ਪਹਿਲਾਂ ਸੀਸ ਆਪਣਾ ਤਲੀ ਤੇ ਰੱਖਣਾ ਪਵੇਗਾ। ਪ੍ਰੇਮ ਵਾਲੀ ਗਲੀ ਦੇ ਵਿੱਚੋਂ ਕੋਈ ਲੰਘਦਾ, ਸਾਚ ਕਹਉ ਸੁਨ ਲਿਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਅਰਵਾਜੀ ਦੇ ਸਾਵੇਂ, ਕਾਹੂ ਪਛਾਕੂ ਸੀਸ ਨਵਾਇਓ। ਕੋ ਬਤਾਨ ਕੋ ਪੂਜਤ ਹੈ ਪਸ਼, ਕੋ ਮਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਚ ਕਹਉ ਸੁਨ ਲਿਹੁ ਸਭੈ, ਪ੍ਰੇਮ ਕਿੱਥੇ ਹੈ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ ਪਿਆਰਿਓ ਭਾਈ ਪਾਰੋ ਜੀ ਤੇ ਗੁਰਸਿੱਖਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਇਹ ਗੱਲ ਆਖੀ, ਮਹਾਰਾਜ ਆ ਵਿਸਾਖੀ ਦਾ ਪੁਰਬ ਤੇ ਦੀਵਾਲੀ ਦਾ ਪੁਰਬ, ਇਹ ਜਿਹੜੇ ਜੋੜ ਮੇਲੇ ਨੇ ਇਹਨਾਂ ਤੇ ਇਕੱਠ ਕੀਤਾ ਜਾਵੇ। ਗੁਰਸਿੱਖ ਸੰਗਤਾਂ ਦੀ ਪਿਆਰਿਓ ਅਰਦਾਸ ਬੇਨਤੀ ਨੂੰ ਸੁਣ ਕੇ ਮੇਰੇ ਦੀਨ ਦੁਨੀ ਦੇ ਮਾਲਕ ਕਿ ਪਹਿਲਾਂ ਹੀ ਇਸ ਤਿਆਰੀ ਜੋੜ ਮੇਲੇ ਤੋਂ ਭਾਵ ਪਿਆਰਿਓ ਇਹ ਹੁੰਦਾ ਮੇਲਾ। ਜੋੜ ਮੇਲਾ ਹੁੰਦਾ ਜਿੱਥੇ ਜੁੜਨ ਦੀ ਗੱਲ ਹੈ, ਜਿੱਥੇ ਜੁੜਨ ਦੀ ਗੱਲ ਹੈ, ਗੁਰੂ ਦੇ ਨਾਲ ਜੁੜਨ ਦੀ ਗੱਲ ਹੈ। ਜੋੜ ਮੇਲਾ ਉਸ ਨੂੰ ਕਹਿੰਦੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ ਤੋਂ ਹੀ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ ਸੀ। ਭਾਈ ਪਾਰੋ ਜੀ ਪਰਮਹੰਸ ਜਿਹਨਾਂ ਨੂੰ ਆਖਦੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਅੱਗੇ ਬੇਨਤੀ ਕੀਤੀ ਕਿ ਮੇਰੇ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਵਿਸਾਖੀ ਦਾ ਪੁਰਬ ਉਸ ਦਿਨ ਤੋਂ ਹੀ ਉਹਨਾਂ ਸਮਿਆਂ ਦੇ ਵਿੱਚ ਹੀ ਸ਼ੁਰੂ ਕਰ ਦਿੱਤਾ। ਤੇ ਜੇ ਅੱਗੇ ਚਲੋ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਪਿਆਰਿਓ ਸ਼ਾਂਤੀ ਦੀ ਇੰਤਹਾ ਕਰ ਦਿੱਤੀ। ਸ਼ਾਂਤੀ ਦੇ ਵਿੱਚ ਰਹਿ ਕਰਕੇ ਪਿਆਰਿਓ ਸਤਿਗੁਰੂ ਨਾਨਕ ਦੇਵ ਨੇ ਜੋ ਬੂਟਾ ਲਾਇਆ, ਗੁਰ ਅਰਜਨ ਨੇ ਆਪਣਾ ਸਿੰਜ ਖੂਨ ਵਧਾਇਆ। ਤੇ ਫਿਰ ਛੇਵਾਂ ਰੂਪ ਅਕਾਲ ਦਾ ਗੁਰ ਹਰਗੋਬਿੰਦ ਆਇਆ, ਜਿਨ੍ਹਾਂ ਨੇ ਫਿਰ ਕੀ ਕੀਤਾ ਪਿਆਰਿਓ, ਮੇਰੀ ਪੀਰੀ ਵਾਲੀਆਂ ਸਰਕਾਰਾਂ ਚੜੀਆਂ, ਉਹਨਾਂ ਦੋ ਤਲਵਾਰਾਂ ਪਹਿਨੀਆਂ ਜੋ ਫੱਬਣ ਬੜੀਆਂ। ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜਦੋਂ ਸ਼ਾਂਤੀ ਦੇ ਨਾਲ ਕੋਈ ਗੱਲ ਨਾ ਬਣੇ ਤੇ ਫਿਰ ਤਲਵਾਰ ਚੁੱਕਣੀ। ਜੈ ਜੈ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਵੀ ਇਹ ਗੱਲ ਕਹਿ ਰਹੇ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ, ਓਂਕਾਰ ਆਜ ਹਮਾ ਹੀਰ ਤੇ ਦਰਗੁਜਸ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਵੀ ਇਹੋ ਗੱਲ ਕਹਿ ਰਹੇ। ਤੇ ਪਿਆਰਿਓ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ 4 ਜੰਗਾਂ ਲੜੀਆਂ ਤੇ 4 ਦੇ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਘੋੜੇ ਰੱਖਣੇ, ਸ਼ਸਤਰ ਰੱਖਣੇ। ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਿਆਰਿਓ ਹਰ ਘਰ ਦੇ ਵਿੱਚੋਂ ਇੱਕ ਬੱਚਾ ਗੁਰੂ ਨਾਨਕ ਦੇ ਘਰ ਵਾਸਤੇ ਸੰਗਤਾਂ ਭੇਟ ਕਰਿਆ ਕਰਦੀਆਂ ਸਨ, ਜਿਨ੍ਹਾਂ ਦੇ ਮਨ ਅੰਦਰ ਪਿਆਰ ਸੀ। ਗੁਰੂ ਦੇ ਸਮਰਪਿਤ ਕਰ ਦੇਣਾ ਇੱਕ ਬੱਚਾ। ਤੇ ਘਰ ਦੇ ਵਿੱਚੋਂ ਹਰ ਇੱਕ ਪਰਿਵਾਰ ਦੇ ਵਿੱਚੋਂ ਪਿਆਰਿਓ ਇੱਕ ਬੱਚਾ ਜ਼ਰੂਰ ਸਿੱਖੀ ਵਾਲੇ ਪਾਸੇ ਹੋਇਆ ਕਰਦਾ ਸੀ। ਇਹ ਬਖਸ਼ਿਸ਼ ਸੀ ਹਿੰਦੂ ਪਰਿਵਾਰਾਂ ਦੇ ਵਿੱਚ ਵੀ, ਈਵਨ ਕਿ ਇੱਕ ਬੱਚਾ ਸਿੱਖ ਹੋਇਆ ਕਰਦਾ ਸੀ। ਤੇ ਅੱਗੇ ਚੱਲ ਕੇ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਆਪਣੀ ਪੋਤਰੀ ਨੂੰ ਇਹ ਗੱਲ ਕਹਿ ਦਿੱਤੀ
कि तुसी असवार अपने कोल रखनी। 2200 असवार सतवें पातशाह गुरु हरराय महाराज जियां ने अपने कोल रखे। ते नाल ये भी गल आखी कि तुहानू जंग करन दी लोड़ नहीं, तुहानू जंग करन दी लोड़ नहीं, जेड़ा तुहाडे ते आवेगा बेटा वो अपने आप ही खत्म हो जाएगा। ते जे अगे चलो 8वें नानक गुरु हरकृष्ण महाराज जियां ने प्यारे पूरे जगत जलंदे दे दुख अपने ते लै गए। जदों दिल्ली दे विच महावारी फैली हुई सी, चेचक की बीमारी फैली हुई सी, गुरु हरकृष्ण महाराज जी ने पूरी लोकाई का दुख अपने ते लै लिया। अज तक भी प्यारियों गुरु हरकृष्ण महाराज जी के अस्थान से बंगला साहब जितनियां संगतां जांदियां ने उतों चूड़ा लैंदियां ने। जिहड़ा मेरे सतगुरां ने उस वेले अमृत दा चवच्चा बनाया सी कि जो बहुत सारिया संगतां आउणियां शुरू हो गई ना, फिर अज भी उतों प्यारियों चूड़ा संगतां लैंदियां ने। मेरे सतगुरां ने ये बख्शिश की, रहमत की, दुख हरण कीते। ते 9वें पातशाह धन गुरु तेग बहादुर महाराज प्यारी तैयारी वेखो किस तरीके दे नाल हो रही है। दीन दुनी दे मालिक भावें ग्रस्त दे विच ने, पर 26 साल तपस्या भोरे दे विच रह करके कीती। प्यारो जदों कोई महान काम करना होवे ते उस दे वास्ते तैयारी भी बड़ी वड्डी चाहिदी हुंदी है। दीन दुनी दे मालिक गुरु तेग बहादुर महाराज जी ने प्यारे हिंदू संस्कृति नूं बचाउण वास्ते, हिंदू संस्कृति नूं बचाउण वास्ते, क्योंकि बाल गोबिंद राय ने उस वेले ये गल आखी सी ना, पिता जी आ लोग कादे वास्ते आए ने, इन्हां दीयां नीवियां पईयां होईयां ने, कहंदे इन्हां दे धर्म खतरा है, इन्हां दी संस्कृति नूं खतरा है, इन्हां नूं खत्म कीता जा रहा, इन्हां दे तिलक ते जंजू लाए जा रहे ने। 1.25 मन रोज का प्यारे धागा जिहड़ा औरंगजेब इतना जुल्म कमा रहा कि कितनी दुनिया वेखो कदम की जाए तो 1.25 मन धागा बनता, कितना धागे का वेट होया करता। गुरु गोबिंद सिंह महाराज जी ने उस वेले जो सवाल किया तो धन गुरु तेग बहादुर महाराज जी कहते किसी बलि की लोड़ है, किसी महापुरुष के बलि की लोड़ है। कहते तुहाडे तो वड्डा बलि कौन हो सकता, तुहाडे तो वड्डा बलि कौन हो सकता। ते धन गुरु तेग बहादुर महाराज जी ने प्यारियों तिलक जंजू की राखी कर, तिलक जंजू की राखी करने वास्ते ना तिलक लाउण ना जनेऊ पहनण, पर फिर भी उसकी राखी के वास्ते सतगुरां ने अपने पावन पवित्र वचनों के धन गुरु गोबिंद सिंह महाराज जी ने आख दिते विचित्र नाटक के विच तिलक जंजू राखा प्रभ ताका कि नौ बड़ो कलू में साका सातन हेत इति जन करे शेष दिया पर से ना गुजरे नाचक चेटक किए कुकाजा प्रभ लोगन के आवत लाजा ठीकर फौल दलीस सिर प्रपुर किया पर बयान तेग बहादुर सी करया करी न किरहु आन तेग बहादुर के चलत पयो जगत को शोक है सब जग पयो जय 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 सुरड़ो। धन गुरु तेग बहादुर महाराज जी ने प्यारे बहुत बड़ी कुर्बानी, लासानी कुर्बानी हिंदू धर्म बचाया, हिंदू धर्म की राखी की। ये धन गुरु गोबिंद सिंह महाराज जी ने प्यारे 10वें जामे दे विच, 10वें जामे दे विच जिस पुरब नूं असीं मना रहे 30 मार्च 1699 की विसाखी, 1699 की विसाखी नूं प्यारे दूर दूर तो संदेशे भेजे, चिट्ठियां भेजियां कि सारियां संगतां केसगढ़ की धरती ते आवन। केसगढ़ की धरती ते प्यारियों दूरों दूरों संगतां, इतनियां संगतां दा इकट्ठ कई ते दसदे ने 80,000 तो वध इकट्ठ से। उस वेले धन गुरु कलगीधर महाराज जी ने जदों सदा भेजिया, जदों सदा भेजिया इतनियां संगतां सन प्यारियों
ਇਹ ਵੀ ਜ਼ਿਕਰ ਆਉਂਦਾ, ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ। ਕਹਿੰਦੇ 50,000 ਰੁਪਏ ਦਾ ਉਸ ਸਮੇਂ ਦੇ ਵਿੱਚ ਪ੍ਰਸ਼ਾਦ ਹੀ ਬਣਿਆ ਸੀ। ਜੇ ਪ੍ਰਸ਼ਾਦ 50,000 ਦਾ ਪ੍ਰਸ਼ਾਦ ਬਣਿਆ ਹੋਵੇਗਾ, ਸੰਗਤਾਂ ਕਿੰਨੀਆਂ ਹੋਣਗੀਆਂ? ਉਦੋਂ ਦੇ 50,000 ਦਾ ਹਿਸਾਬ ਕਿਤਾਬ ਲਗਾ ਕੇ ਵੇਖ ਲਓ ਕਿ ਕਿਤਨਾ ਕੁ ਵੱਡਾ ਇਕੱਠ ਹੋਵੇਗਾ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਵਿਸਾਖੀ ਦੇ ਪੁਰਬ ਤੇ ਸੰਗਤਾਂ ਨੂੰ ਸੱਦਾ ਭੇਜਿਆ, ਕਹਿੰਦੇ ਅੱਜ ਵੀ ਰੋਜ਼ ਦੀ ਤਰ੍ਹਾਂ ਦੀਵਾਨ ਸਜਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਨਿਤ ਦੀ ਕਿਰਿਆ ਅਨੁਸਾਰ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਪਿਆਰੋ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਕਾਫੀ ਦਿਨਾਂ ਤੋਂ ਜਿਵੇਂ ਕੋਈ ਚਿੰਤਨ ਦੇ ਵਿੱਚ ਹੋਵੇ, ਇਵੇਂ ਸਨ। ਜਿਵੇਂ ਕੋਈ ਚਿੰਤਨ ਦੇ ਵਿੱਚ ਹੋਵੇ, ਇਸ ਤਰੀਕੇ ਦੇ ਨਾਲ ਪਿਆਰੇ ਧੰਨ ਗੁਰੂ ਕਲਗੀਧਰ ਮਹਾਰਾਜ ਅੱਜ ਕਹਿੰਦੇ ਜਿਸ ਵੇਲੇ ਉੱਠੇ ਨੇ, ਅੱਜ ਜਿਸ ਵੇਲੇ ਉੱਠੇ ਨੇ ਤੇ ਉੱਠਦਿਆਂ ਹੀ ਹੱਥ ਦੇ ਵਿੱਚ ਸ਼ਮਸ਼ੀਰ ਤਲਵਾਰ ਹੈ, ਤਲਵਾਰ ਹੈ ਹੱਥ ਦੇ ਵਿੱਚ, ਤੇ ਇਹ ਗੱਲ ਆਖੀ ਹੈ ਤਲਵਾਰ ਨੂੰ ਲਹਿਰਾਉਂਦਿਆਂ ਹੋਇਆ ਕਿ ਇਹ ਜਿਹੜੀ ਤਲਵਾਰ ਹੈ ਇੱਕ ਸੀਸ ਮੰਗਦੀ ਹੈ। ਇਹ ਤਲਵਾਰ ਸੀਸ ਮੰਗਦੀ ਹੈ ਕੋਈ ਗੁਰੂ का बेटा जो शीश करे भेटा। ਇਹ ਦੋ ਤਿੰਨ ਵਾਰੀ, ਜਦੋਂ ਤੀਸਰੀ ਵਾਰੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਗੱਲ ਆਖੀ ਤੇ ਪਿਆਰੇ ਹਥਿਆਰਾਂ ਖਤਰੀ ਇਹ ਉੱਠੇ। ਇਹ ਭਾਈ ਪਾਰੋ ਦੇ ਅੰਸ਼ ਬੰਸ ਦੇ ਵਿੱਚੋਂ ਸਨ, ਜਿਨ੍ਹਾਂ ਨੇ ਵਿਸਾਖੀ ਦੀ ਸ਼ੁਰੂਆਤ ਕੀਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਆਖਿਆ ਮਹਾਰਾਜ ਵਿਸਾਖੀ ਦਾ ਮੇਲਾ ਲਗਾਇਆ ਕਰੋ। ਇਹ ਇਹਨਾਂ ਦੇ ਅੰਸ਼ ਬੰਸ ਦੇ ਵਿੱਚੋਂ ਸਨ। ਪਿਆਰਿਓ ਦਇਆ ਰਾਮ ਉੱਠਿਆ, ਮਹਾਰਾਜ ਦੇਰੀ ਹੋ ਗਈ, ਕੁਝ ਦੇਰ ਹੋ ਗਈ, ਮੁਆਫ ਕਰਨਾ। ਇਹ ਸਤਿਗੁਰਾਂ ਨੇ ਬਾਂਹ ਤੋਂ ਫੜਿਆ ਪਿਆਰਿਓ, ਵਿਆਹ ਤੋਂ ਫੜਿਆ ਤੇ ਤੰਬੂ ਦੇ ਵਿੱਚ ਲੈ ਗਏ ਨੇ। ਪਿਆਰਿਓ ਤਲਵਾਰ ਚੱਲਣ ਦੀ ਆਵਾਜ਼ ਆਈ ਹੈ, ਖੂਨ ਬਾਹਰੋਂ ਆਇਆ ਹੈ। ਇਹ ਸਾਰੀਆਂ ਸੰਗਤਾਂ ਦ੍ਰਿਸ਼ ਵੇਖ ਰਹੀਆਂ ਸਨ। ਉਸ ਵੇਲੇ ਜਿਹੜੇ ਮਸੰਦ ਸਨ ਡਰਦੇ ਭੱਜਦੇ ਜਾ ਰਹੇ ਸਨ, ਡਰਦੇ ਜਾ ਕੇ ਮਾਤਾ ਜੀ ਨੂੰ ਇਹ ਗੱਲ ਕਹਿ ਰਹੇ ਸਨ, ਮਾਤਾ ਜੀ ਆਪਣੇ ਲਾਲ ਨੂੰ ਸਮਝਾਓ, ਵੇਖੋ ਕੀ ਕਰ ਰਹੇ ਨੇ। ਅੱਜ ਕਹਿੰਦੇ ਸਿੱਖਾਂ ਨੂੰ ਵੱਢੀ ਚਲੇ ਜਾ ਰਹੇ ਨੇ, ਆਹ ਵੇਖੋ ਕੀ ਕਰ ਰਹੇ ਨੇ। ਤੇ ਇਹ ਵੀ ਗੱਲ ਕਹਿ ਦਿੱਤੀ ਕਿ ਆਪਣੇ ਪੋਤਰੇ ਨੂੰ ਕਹਿੰਦੇ ਗੁਰਤਾ ਗੱਦੀ ਤੇ ਬਹਾ ਦਿਓ। ਕਹਿੰਦੀ ਪਤਾ ਨਹੀਂ ਧੰਨ ਗੁਰੂ ਕਲਗੀਧਰ ਮਹਾਰਾਜ ਅੱਜ ਕੀ ਕਰ ਰਹੇ ਨੇ। ਅੱਜ ਵੇਖੋ ਉਹਨਾਂ ਦਾ ਜਲਾਲ ਤੱਕਿਆ ਨਹੀਂ ਜਾ ਰਿਹਾ। ਪਿਆਰਿਓ ਫਿਰ ਧਰਮਚੰਦ ਆਇਆ, ਹਸਤਨਾਪੁਰ ਦੇ ਰਹਿਣ ਵਾਲਾ। ਉਸ ਦਾ ਸੀ ਮੇਰੇ ਸਤਿਗੁਰਾਂ ਨੇ ਲਿਆ। ਫਿਰ ਹਿੰਮਤ ਚੰਦ, ਫਿਰ ਮੁਹਕਮ ਤੇ ਫਿਰ ਸਾਹਿਬ ਚੰਦ, ਜਿਨ੍ਹਾਂ ਤੇ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਪਿਆਰੋ ਅਬੂ ਉਲਾ ਤਰਾਨੀ ਆਪਣੇ ਇੱਕ ਛੋਟੇ ਜਿਹੇ ਕਿਤਾਬਚੇ ਦੇ ਵਿੱਚ ਲਿਖਦਾ ਹੈ, ਬੜਾ ਸੁੰਦਰ ਛੋਟਾ ਜਿਹਾ ਕਿਤਾਬਚਾ ਛਪਿਆ ਸੀ। ਦਾਸਰੀ ਨੇ 2004 ਦੇ ਵਿੱਚ ਇੱਥੇ ਪੜ੍ਹਿਆ, ਜੋ ਉਹ ਲਖਨਊ ਦੀ ਯੂਨੀਵਰਸਿਟੀ ਦੇ ਵਿੱਚੋਂ ਛਪਿਆ ਸੀ। ਉਸ ਦੇ ਵਿੱਚ ਅਬੂ ਉਲਾ ਤਰਾਨੀ ਇੱਕ ਮੁਸਲਮਾਨ ਇਹ ਗੱਲ ਕਹਿੰਦਾ ਕਿ ਮੈਂ ਸਾਰਾ ਕੌਤਕ ਵੇਖ ਰਿਹਾ ਸੀ। ਪਤਾ ਕੀ ਕਹਿੰਦਾ? ਉਹ ਕਹਿੰਦੇ ਕਾਫਰਾਂ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਧੰਨ ਗੁਰੂ ਗੋਬਿੰਦ, ਕਿਉਂਕਿ ਮੁਸਲਮਾਨ ਸੀ। ਮੁਸਲਮਾਨ ਕਹਿੰਦਾ ਇਹ ਮੈਂ ਸਾਰਾ ਕੌਤਕ ਵੇਖ ਰਿਹਾ ਸੀ। ਜਦੋਂ ਕੱਲੇ ਸਿੰਘ ਨੂੰ ਕਹਿੰਦੇ ਬੁਲਾਇਆ ਤੇ ਪਿਆਰੇ ਸਾਡੇ ਸਿੱਖ ਕਈ ਕਹਿ ਦਿੰਦੇ ਨੇ ਮੇਰੇ ਸਤਿਗੁਰਾਂ ਨੇ ਬੱਕਰੀ ਝਟਕਾਏ ਸਨ। ਵਿਸ਼ਵਾਸ ਨਹੀਂ, ਉਹਨਾਂ ਨੂੰ ਵਿਸ਼ਵਾਸ ਨਹੀਂ ਪਿਆਰੇ ਦੀ ਬੱਕਰੀ ਝਟਕਾਏ ਦੀ। ਬੱਕਰੀ ਕਿੱਥੋਂ ਲਿਆਂਦੇ ਸੀ? ਕਿਹੜੀ ਮੰਡੀ ਦੇ ਵਿੱਚੋਂ ਲੈ ਕੇ ਆਉਂਦੇ ਸੀ? ਉਹ ਕਿਹੜੀ ਜਗ੍ਹਾ ਤੋਂ ਲੈ ਕਰਕੇ ਆਉਂਦੇ ਸੀ? ਫਿਰ ਜੇ ਬੱਕਰੇ ਸੀ ਤੇ ਤੰਬੂ ਦੇ ਵਿੱਚ ਬੋਲਦੇ ਨਹੀਂ ਸੀ। ਬੱਕਰੇ ਤੇ ਉਸੇ ਵੇਲੇ ਬੋਲਣਾ ਸ਼ੁਰੂ ਕਰ ਦਿੰਦੇ ਨੇ ਪਿਆਰਿਓ। ਜਦੋਂ ਕਿਤੇ ਦੂਸਰੀ ਜਗ੍ਹਾ ਤੇ ਉਹਨਾਂ ਨੂੰ ਬੰਦ ਕੀਤਾ ਜਾਵੇ, ਕਿਹਨਾਂ ਨੇ ਉਸ ਦਾ ਮੁੱਲ ਉਤਾਰਿਆ ਸੀ। ਪਰ ਸਤਿਗੁਰੂ ਮੇਰੇ ਸੱਚ ਦੇ ਉਪਾਸਕ ਸਨ, ਸੱਚ ਦੇ ਉਪਾਸਕ ਸਨ। ਉਹ ਝੂਠ ਨਹੀਂ ਕਹਿ ਰਹੇ ਕਿ ਜੇ ਸਤਿਗੁਰਾਂ ਨੇ ਮੰਗੇ ਨੇ ਸੀਸ ਤੇ ਉੱਥੇ ਬੱਕਰੇ ਝਟਕਾਏ ਹੋਣਗੇ। ਸਤਿਗੁਰੂ ਮੇਰਾ ਸਰਬ ਪ੍ਰਤਪਾਲੈ, ਸਤਿਗੁਰੂ ਮੇਰਾ ਮਾਰ ਜਿਵਾਲੇ, ਸਤਿਗੁਰੂ ਮੇਰੇ ਕੀ ਵਡਿਆਈ।
प्रगट पई है सबनी थाई। सतगुर मेरा तान नितान, सतगुर मेरा घर दी बाण। सतगुर के हूँ सद बल जाया, प्रगट मार्ग जिन कर दिखलाया। जिन गुर सेविया तिस भव ना व्यापै, जिन गुर सेविया तिस दुख ना संतापै। नानक सोधे सिमरत वेद, पार ब्रह्म गुर नाहि भेद। परमेश्वर ਦੇ ਵਿੱਚ ਤੇ ਜਦੋਂ ਗੁਰੂ ਦੇ ਵਿੱਚ ਭੇਦ ਹੀ ਕੋਈ ਨਹੀਂ ਪਿਆਰਿਆ, ਸ਼ੰਕਾ ਵਾਲੀ ਗੱਲ ਹੀ ਕੋਈ ਨਹੀਂ ਰਹਿ ਜਾਂਦੀ, ਸ਼ੰਕਾ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ। ਇਹ ਸਿਰਫ ਆਪਣੇ ਨਾਮ ਨੂੰ ਚਮਕਾਉਣ ਵਾਸਤੇ ਕਈ ਲੋਕਾਂ ਦਾ ਪਤਾ ਕੀ ਖਿਆਲ ਹੁੰਦਾ ਕਿ ਮੇਰਾ ਨਾਮ ਕਿਸੇ ਤਰੀਕੇ ਦੇ ਨਾਲ ਹੋ ਜਾਵੇ, ਉਲਟੀ ਸਿੱਧੀ ਗੱਲ ਕਰ ਦੇਣੀ ਕਿ ਦੁਨੀਆ ਦੇ ਵਿੱਚ ਮੇਰਾ ਨਾਮ ਹੋਵੇ। ਸਤਿਗੁਰੂ ਨੇ ਮਿਰਤਕ ਕੋ ਪਾਇਓ ਧਨ ਸਾਸਾ, ਵਿਚਰਤ ਆਨ ਮੇਰਾ। ਜਿਹੜਾ ਮੁਰਦਿਆਂ ਨੂੰ ਪਿਆਰਿਓ ਜਿਵਾ ਸਕਦਾ ਹੈ ਉਹ ਕਿਧਰੇ ਬੱਕਰੀ ਝਟਕਾਵੇਗਾ? ਨਹੀਂ, ਇਹ ਗੱਲ ਸਾਰੀ ਝੂਠ ਬਣਾਈ ਹੋਈ। ਅਬੂ ਲਹਬ ਰਾਜੀ ਕਹਿੰਦਾ ਕਿ ਮੈਂ ਇਹ ਗੱਲ ਵੇਖ ਰਿਹਾ ਸੀ, ਇਹ ਤੱਕ ਰਿਹਾ ਸੀ, ਅਸੀਂ ਕਹਿੰਦੇ 150 ਸਾਲ ਤੋਂ ਸਾਡਾ ਪਰਿਵਾਰ ਜਸੂਸੀ ਕਰਦਾ ਆ ਰਿਹਾ ਗੁਰੂ ਨਾਨਕ ਦੇ ਘਰ ਦੇ ਵਿੱਚ। ਤੇ ਕਹਿੰਦੇ ਮੈਂ ਵੇਸ਼ ਪਤਾ ਕਿਹੜਾ ਬਣਾਇਆ ਹੁੰਦਾ ਸੀ, ਬ੍ਰਾਹਮਣਾਂ ਦਾ ਵੇਸ਼ ਧਾਰਨ ਕੀਤਾ, ਤਿਲਕ ਲਾਇਆ ਹੁੰਦਾ ਸੀ, ਧੋਤੀ ਪਾਈ ਹੁੰਦੀ ਸੀ। ਅਬੂ ਲਹਬ ਰਾਜੀ ਕਹਿੰਦਾ ਕਿ ਮੈਂ ਸਾਰਾ ਕੁਝ ਤੱਕ ਰਿਹਾ ਸੀ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਿਆਰਿਓ ਪੰਜਾਂ ਦੇ ਸੀਸ ਰਾਏ ਤੇ ਸਤਿਗੁਰਾਂ ਨੇ ਕਹਿੰਦੀ ਸਤਦਰਵ ਦਾ ਜਨਮ ਗਾਇਆ। ਬੜਾ ਸੁੰਦਰ ਇੱਕ ਸਰਵਰੋਹ ਦਾ ਬਾਟਾ ਇਹ ਪਤਾਸੇ ਮਾਤਾ ਜੀਤੋ ਜੀ ਨੇ ਪਾਏ। ਖੰਡਾ ਧੰਨ ਗੁਰੂ ਕਲਗੀਧਰ ਮਹਾਰਾਜ ਦੀ ਬਾਣੀ ਪੜ੍ਹਦੇ ਆ, ਵਿੱਚ ਚਲਾ ਰਹੇ ਨੇ ਖੰਡਾ ਵੀਰ ਆਸਣ ਦੇ ਵਿੱਚ ਹੋ ਕਰਕੇ ਕਿ ਪੰਜਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਆਪ ਲੱਗੇ ਹੋਏ ਨੇ ਪਿਆਰਿਓ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਧੰਨ ਗੁਰੂ ਕਲਗੀਧਰ ਮਹਾਰਾਜ ਆਪ ਵਿੱਚ ਹਨ। ਜਿਸ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਉਹ ਅਬੂ ਲਹਬ ਰਾਜੀ ਤੇ ਇਹ ਕਹਿੰਦਾ ਪਿਆਰਿਓ, ਚਲੋ ਇਸ ਗੱਲ ਦੇ ਨਾਲ ਭਾਵੇਂ ਅਸੀਂ ਸਹਿਮਤ ਨਾ ਹੋਈਏ, ਉਹ ਕਹਿੰਦਾ ਮੈਂ ਇਹ ਗੱਲ ਵੇਖੀ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜਦੋਂ ਸੀਸ ਲਏ ਨੇ ਕਿਆਮਤੀ ਸੂਈ ਦੇ ਨਾਲ, ਕਹਿੰਦਾ ਉਹ ਸੀਸ ਕਹਿੰਦੇ ਸਿਰਤੇ ਨਹੀਂ, ਪਰ ਇਹ ਗੱਲ ਨਹੀਂ ਪਿਆਰਿਆ। ਜਦੋਂ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੇ ਮੁਖ ਦੇ ਵਿੱਚ ਜਦ ਪਹਿਲੋਂ ਅੰਮ੍ਰਿਤ ਪਾਇਆ ਤੇ ਨਾਲ ਇਹ ਗੱਲ ਆਖੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਹੀ ਪਿਆਰਿਓ ਫਿਰ ਸੀਸ ਦੇ ਵਿੱਚ ਪੰਜ, ਇਸੇ ਤਰ੍ਹਾਂ ਹੀ ਅੱਖਾਂ ਦੇ ਵਿੱਚ ਜਦੋਂ ਅੰਮ੍ਰਿਤ ਪਾਇਆ ਤੇ ਨਾਲ ਇਹ ਗੱਲ ਆਖੀ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਕਲਗੀਧਰ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਜਦੋਂ ਦਿੱਤੇ ਤੇ ਪਿਆਰਿਓ ਪਹਿਲਾਂ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਇਤਨੇ ਸੁੰਦਰ ਦਿਖਾਈ ਦੇ ਰਹੇ ਸਨ ਕਿ ਇਹਨਾਂ ਦਾ ਜਾਲੋ ਜਲਾਲ ਤੱਕਿਆ ਨਹੀਂ ਸੀ ਜਾ ਰਿਹਾ, ਜਲਾਲ ਤੱਕਿਆ ਨਹੀਂ ਸੀ ਜਾ ਰਿਹਾ। ਤੇ ਹੁਣ ਪੰਜ ਨਾਲ ਤਿਆਰ ਬਰ ਤਿਆਰ ਪੰਜ ਪਿਆਰੇ ਉਸੇ ਤਰ੍ਹਾਂ ਪਿਆਰੇ ਉਹਨਾਂ ਦੇ ਚਿਹਰੇ ਦਗ ਦਗ ਕਰ ਰਹੇ ਨੇ, ਨੂਰ ਉਹਨਾਂ ਦਾ ਝੱਲਿਆ ਨਹੀਂ ਜਾ ਰਿਹਾ, ਉਹਨਾਂ ਦਾ ਨੂਰ ਝੱਲਿਆ ਨਹੀਂ ਜਾ ਰਿਹਾ। ਨਾ ਕਹੂੰ ਅਬ ਕੇ ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ। ਸਭ ਕੀ ਸਾਰਿਆਂ ਦੀਆਂ ਸੁਨਤਾਂ ਹੋਣੀਆਂ ਸੀ ਜੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨਾ ਹੁੰਦੇ। ਦੇ ਕੇ ਕੇਸ ਤੇ ਕਿਹਾ ਦਸ਼ਮੇਸ਼ ਜੀ ਨੇ, ਸਿੰਘੋ ਬਖਸ਼ੀਆਂ ਅੱਜ ਸਰਦਾਰੀਆਂ ਨੇ। ਉਹ ਕੰਘਾ ਫੇਰਦੇ ਸਮੇਂ ਇਹ ਯਾਦ ਰੱਖਣਾ, ਕਦੇ ਚੱਲਣੀਆਂ ਸਿਰਾਂ ਦੇ ਆਰੀਆਂ ਨੇ, ਇਹ ਸਿਰਾਂ ਤੇ ਆਰੀਆਂ ਵੀ ਚੱਲ ਸਕਦੀਆਂ ਨੇ, ਸਿਰਾਂ ਤੇ ਆਰੀਆਂ ਵੀ ਚੱਲ ਸਕਦੀਆਂ ਨੇ। ਇਹ ਯਾਦ ਰੱਖਣਾ, ਇਹ ਕਦੇ ਨਾ ਭੁੱਲਣਾ। ਤੇ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ ਕਿ ਫਿਰ ਆਪ ਬੇਨਤੀ ਕੀਤੀ ਹੈ, ਮੋਰੀ ਬੇਨਤੀ ਪਹੁੰਚਣ ਆਗੇ। ਅੱਜ ਗੋਬਿੰਦ ਰਾਏ ਤੋਂ ਦੇ ਸਿੰਘ ਦਾ ਮਾਣ ਦਿਓ, ਜੋ ਦੇਸ਼ ਕੌਮ ਦੇ ਲਈ ਪੰਜਾਂ ਨੇ ਕਰਨਾ ਹੈ, ਮੈਨੂੰ ਉਹ ਕਰਨ ਦਿਓ, ਹੋਵਣ ਪ੍ਰਵਾਨ ਦਿਓ। ਅੱਜ ਗੋਬਿੰਦ ਰਾਏ ਤੋਂ ਦੇ ਸਿੰਘ ਦਾ ਮਾਣ ਦਿਓ। ਵਾਹਿਗੁਰੂ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ। ਅੱਜ ਪੰਜਾਂ ਪਿਆਰਿਆਂ ਦੇ ਅੱਗੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਬੇਨਤੀ ਕੀਤੀ ਹੈ,
ਬੇਨਤੀ ਕੀਤੀ। ਤੇ ਕਈ ਗੱਲ ਇਹ ਵੀ ਆਖਦੇ ਨੇ ਇਤਿਹਾਸ ਨੂੰ ਪਿਆਰਿਓ, ਇਸ ਤਰੀਕੇ ਦੇ ਨਾਲ ਵੀ ਕਹਿੰਦੇ ਨੇ ਭਾਈ ਦਇਆ ਸਿੰਘ ਹੋਣਾ ਨੇ ਆਖਿਆ ਸੀ ਤੁਸੀਂ ਕੀ ਦੇਵੋਗੇ, ਅਸੀਂ ਤੇ ਸੀਸ ਦਿੱਤਾ, ਤੁਸੀਂ ਕੀ ਦੇਵੋਗੇ। ਪਿਆਰਿਓ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਜਿਨ੍ਹਾਂ ਨੂੰ ਪਿਆਰਿਓ ਪਹਿਲਾਂ ਬਿਲਕੁਲ ਹੀ ਪਛਾੜਿਆ ਜਾ ਰਿਹਾ ਹੋਵੇ ਔਰ ਨੀਵੀਆਂ ਸ਼੍ਰੇਣੀਆਂ ਦੇ ਵਿੱਚੋਂ, ਪਛੜੀਆਂ ਜਾਤੀਆਂ ਦੇ ਵਿੱਚ ਉਹਨਾਂ ਦੀ ਇਹੋ ਹੀ ਗੱਲ ਆਖੀ ਹੋਵੇਗੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਸ਼ਕਰ ਧਰੇ, ਜਾਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਢਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤਲੋਚਨ, ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਉ ਤੇ ਸਭੈ ਸਰੈ। ਪਿਆਰੇ, ਉਹਨਾਂ ਨੇ ਇਹ ਗੱਲ ਨਹੀਂ ਆਖੀ ਹੋਈ, ਮਹਾਰਾਜ ਇਹ ਤੁਸੀਂ ਸਾਡੀ ਤੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰਿਓ 15 ਤੋਂ ਫਿਰ ਆਪ ਅੰਮ੍ਰਿਤ ਛਕਿਆ ਤੇ ਪੰਜ ਪਿਆਰਿਆਂ ਨੇ ਉਸੇ ਹੀ ਵਿਧੀ ਦੇ ਨਾਲ ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਾਇਆ। ਤੇ ਇਹੋ ਗੱਲ ਆਖੀ ਜਿਹੜੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਪਹਿਲਾਂ ਆਖੀ ਸੀ ਨਾ, ਮੁਖ ਦੇ ਵਿੱਚ ਅੰਮ੍ਰਿਤ ਪਾ ਕੇ ਬਲਵਾਈ। ਇਹ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇਤਰਾਂ ਦੇ ਵਿੱਚ ਪਾ ਕੇ ਛੱਡੇ। ਤੇ ਇਹੋ ਗੱਲ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਹੁਣ ਅਬੂ ਲਾਤਰਾਨੀ ਇਹ ਗੱਲ ਕਹਿੰਦਾ, ਜਦੋਂ ਮੈਂ ਇਹ ਸਾਰਾ ਮਾਜ਼ਰਾ ਤੱਕਿਆ, ਅੱਜ ਕਹਿੰਦੇ ਮੈਨੂੰ ਯਾਦ ਆ ਗਿਆ ਉਹ ਅਕਿਰਤ ਘਣਾ, ਕਿਤਨੀ ਦੇਰ ਤੋਂ ਅਕਿਰਤ ਘਣਤਾ ਕਰਦਾ ਆ ਰਿਹਾ ਸੀ। 150 ਸਾਲ ਤੋਂ ਕਹਿੰਦਾ ਅਸੀਂ ਜਸੂਸੀ ਕਰਦੇ ਆ ਰਹੇ ਹਾਂ। ਔਰੰਗਜ਼ੇਬ ਦੇ ਦਰਬਾਰ ਤੱਕ ਸਾਰੀ ਗੱਲ ਪਹੁੰਚਾ ਰਹੇ। ਅੱਜ ਆਪਣੇ ਆਪ ਨੂੰ ਉਹ ਤਿਰਕਾਰ ਕਹਿ ਰਿਹਾ, ਆਪਣੇ ਆਪ ਨੂੰ ਤਿਰਕਾਰ ਕਹਿ ਰਿਹਾ। ਕਹਿੰਦੇ ਜਦੋਂ ਅੰਮ੍ਰਿਤ ਦਿੱਤਾ ਪੰਜਾਂ ਪਿਆਰਿਆਂ ਨੂੰ ਤੇ ਆਪ ਅੰਮ੍ਰਿਤ ਛਕਿਆ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਤਿਗੁਰਾਂ ਦੀ ਮੁਬਾਰਕ ਵਚਨ ਪੜ੍ਹ ਕੇ ਵੇਖੀਏ ਨਾ, ਆਨੰਦ ਆ ਜਾਂਦਾ। ਤੀਰੋ ਤਫੰਗੋ ਬਡੋ ਰਾਮ ਜੰਗੋ, ਧਨਕ ਧਾਰ ਹਰੀਅਨ ਕੋ ਮੰਦ ਕੋਰੜਾ, ਪੰਜ ਸ਼ਸਤਰ ਪਰਵਾਨ ਸੁਣੋ ਨੰਦ ਲਾਲ ਦੇ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ, ਚਾਰ ਵਰਣ ਇੱਕ ਵਰਣ ਕਰਾਓ, ਵਾਹਿਗੁਰੂ ਸਿੰਘ ਕੋ ਨਾਮ ਜਪਾਓ, ਚੜੇ ਸਿੰਘ ਤਿਸ ਮੁਕਤ ਕਰਾਓ, ਝੂਲਣ ਨੇਜੇ ਹਸਤੀ ਸਾਜੇ, ਦਵਾਰ ਦਵਾਰ ਪਰ ਆਵਾਜੀ। ਨੌਬਤ ਵੱਧ 1.25 ਲੱਖ ਜਬ ਤੁਕੇ ਪਲੀਤਾ, ਤਬੇ ਖਾਲਸਾ ਉਦੇ ਆਸਤਲੋ ਜੀਤਾ, ਚਾਰ ਵਰਨ ਇੱਕ ਵਰਨ ਕਰਾਉ, ਚਾਰਾਂ ਵਰਨਾਂ ਨੂੰ ਪਿਆਰਿਓ ਇਕੱਠਿਆਂ ਕਰ ਦਿੱਤਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ। ਹੁਣ ਅਬੂ ਲਾਤਰਾਨੀ ਕਹਿੰਦਾ ਮੈਂ ਡੜਿਆ ਕੇ ਕਹਿੰਦੇ ਹੱਥ ਜੋੜ ਕੇ ਇਹ ਬੇਨਤੀ ਕੀਤੀ, ਮਹਾਰਾਜ ਜਿਹੜੀ ਬਖਸ਼ਿਸ਼ ਕੀਤੀ ਜੇ ਆ ਪੰਜਾਂ ਪਿਆਰਿਆਂ ਦੇ ਉੱਤੇ, ਜਿਹੜੀ ਰਹਿਮਤ ਇਹਨਾਂ ਤੇ ਕੀਤੀ ਜੇ, ਆ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦੇਵੋ। ਤੇ ਕਹਿੰਦੇ ਅੰਮ੍ਰਿਤ ਛਕ ਕਰਕੇ ਉਸਨੇ ਨਾਮ ਰੱਖਿਆ ਆਪਣਾ ਅਬੂ ਲਾਤਰਾਨੀ ਤੋਂ ਸਿੰਘ ਨਾਮ ਰੱਖਿਆ। ਸਿੰਘ ਨਾਮ ਨਾਲ ਜਾਣ ਲੱਗ ਪਿਆ ਪਿਆਰਿਆ, ਜਿਹੜਾ ਇੱਕ ਮੁਸਲਮਾਨ ਸੀ। ਤੇ ਸਾਨੂੰ ਵੀ ਅੱਜ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜੋ ਬਖਸ਼ਿਸ਼ ਕੀਤੀ, ਰਹਿਮਤ ਕੀਤੀ, 30 ਮਾਰਚ 1699 ਦੀ ਵਿਸਾਖੀ ਨੂੰ ਸਾਨੂੰ ਵੀ ਗੁਰੂ ਦੇ ਬੱਚੇ ਅਤੇ ਬੱਚੀਆਂ ਬਣਨਾ ਚਾਹੀਦਾ, ਸਤਿਗੁਰਾਂ ਦੇ ਪੁੱਤਰ ਅਤੇ ਪੁੱਤਰੀਆਂ ਬਣਨਾ ਚਾਹੀਦਾ। ਪੁੱਤਰ ਤੇ ਪੁੱਤਰੀਆਂ ਬਣਾਂਗੇ ਤਾਂ ਹੀ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚਾਂਗੇ ਪਿਆਰਿਓ, ਵਰਨਾ ਨਹੀਂ। ਅਸੀਂ ਕਹਿੰਦੇ ਹਾਂ ਕੋਈ ਗੱਲ ਨਹੀਂ, ਹਾਲੀ ਬਥੇਰਾ ਸਮਾਂ ਪਿਆ ਹੈ, ਹਾਲੀ ਬਥੇਰਾ ਸਮਾਂ ਪਿਆ ਹੈ, ਫਿਰ ਛਕ ਲਵਾਂਗੇ, ਕੋਈ ਨਹੀਂ ਸਮਾਂ। ਪੁੱਤਰ ਪੁੱਤਰੀਆਂ ਤਾਂ ਹੀ ਬਣੋਗੇ ਜੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕੋਗੇ ਤੇ ਪੁੱਤਰ ਪੁੱਤਰੀਆਂ ਬਣ ਕੇ ਜੀਵਨਾ ਕਰੀਏ। ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰਿਓ ਸ਼ਬਦ ਦੀਆਂ ਪੰਕਤੀਆਂ ਦੇ ਨਾਲ ਸ਼ਬਦਾਰਥੀ ਕੀਤੇ ਜਾਣਗੇ। ਫਿਰ ਇਸ ਤੋਂ ਇਲਾਵਾ ਜੋ ਮਹੀਨੇ ਦੀ ਵਿਚਾਰ ਹੈ ਉਹ ਵੀ ਕਰਨੀ ਹੈ ਤੇ 9ਵੇਂ ਮਹੀਨੇ ਦੇ ਸਲੋਕ ਉਹ ਵੀ ਪੜ੍ਹੇ ਜਾਣੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਹਿਜ ਪਾਠ ਪ੍ਰਾਰੰਭ ਹੋਇਆ ਸੀ, ਉਸ ਦਾ ਅੱਜ ਭੋਗ ਪਾਇਆ ਜਾਣਾ। ਆਓ ਸ਼ਬਦ ਦੀ ਵਿਚਾਰ ਦੇ ਨਾਲ ਪਹਿਲਾਂ ਜੁੜਨਾ ਕਰੀਏ।
ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਨੇ, ਇਹ ਜੋ ਸ਼ਬਦ ਹੈ 668 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਦਰਜ ਹੈ। ਸਤਿਗੁਰਾਂ ਨੇ ਜੋ ਉਚਾਰਨ ਕੀਤਾ ਹੈ, ਚੌਥੇ ਨਾਨਕ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਕਲ ਜੁਗ ਕਾ ਧਰਮ ਕਹੋ ਤੁਮ ਭਾਈ, ਕਿਮ ਛੂਟੇ ਹਮ ਛੁਟਕਾ ਕੇ। ਇਸ ਕਲਯੁਗ ਦੇ ਸਮੇਂ ਤੋਂ, ਭਿਆਨਕ ਸਮੇਂ ਤੋਂ ਕਿਵੇਂ ਬਚਿਆ ਜਾ ਸਕਦਾ? ਕਿਹੜਾ ਧਰਮ ਕਰਮ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ? ਇਸ ਭਿਆਨਕ ਸਮੇਂ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ? ਕਿਹੜਾ ਧਰਮ ਅਪਣਾਉਣਾ ਚਾਹੀਦਾ? ਸਾਨੂੰ ਕੀ ਕਰਨਾ ਚਾਹੀਦਾ? ਕਿਹੜੀ ਜੁਗਤ ਵਰਤਣੀ ਚਾਹੀਦੀ ਹੈ? ਕਿਸ ਭਿਆਨਕ ਸਮੇਂ ਤੋਂ ਬਚਿਆ ਜਾ ਸਕਦਾ? ਕਿਵੇਂ ਛੁੱਟੇ ਹਮ ਛੁਟਕਾ ਕੀ, ਕਿਵੇਂ ਸਾਡਾ ਛੁਟਕਾਰਾ ਹੋਵੇਗਾ? ਤੇ ਨਾਲ ਹੀ ਜਵਾਬ ਹੈ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਉ ਤਰੈ ਤਰਾ ਕੀ। ਹਰੀ ਦੇ ਨਾਮ ਦੀ ਪਿਆਰੋ ਬੇੜੀ ਬਣਾਉਣੀ, ਹਰੀ ਦੇ ਨਾਮ ਦਾ ਤੁਲਹਾ ਬਣਾਉਣਾ, ਤੇ ਫਿਰ ਕੀ ਹੋਵੇਗਾ? ਹਰੀ ਦਾ ਜਪਨ ਕਰਦਿਆਂ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਹਰੀ ਦੇ ਨਾਮ ਦੀ ਬੇੜੀ, ਹਰੀ ਦੇ ਨਾਮ ਦਾ ਤੁਲਹਾ, ਤੇ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਪਰਮੇਸ਼ਰ ਦਾ ਨਾਮ ਹੀ ਪਾਰ ਕਰ ਸਕਦਾ, ਵਰਨਾ ਪਿਆਰਿਓ ਨਹੀਂ। ਹਰ ਜੀ ਲਾਜ ਰੱਖੋ ਹਰ ਜਨ ਕੀ, ਵਾਹਿਗੁਰੂ ਜੀ ਮੇਰੀ ਲਾਜ ਰੱਖੋ। ਲਾਜ ਤੁਹਾਡੇ ਹੱਥ ਹੈ ਪ੍ਰਭ ਜੀ, ਤਉ ਕੇ ਲਾਜ ਹਮਾਰੀ ਨੀਲ ਕੰਠ, ਨਰ ਹਰ ਨਾਰਾਇਣ ਨੀਲ ਬੰਸਨ ਬਨਵਾਰੀ। ਹਰ ਜੀ ਲਾਜ ਰੱਖੋ ਹਰ ਜਨ ਕੀ, ਵਾਹਿਗੁਰੂ ਜੀ ਮੇਰੀ ਲਾਜ ਰੱਖੋ, ਮੇਰੀ ਇੱਜ਼ਤ ਰੱਖੋ, ਮੇਰੀ ਪਤ ਰੱਖੋ। ਹਰ ਹਰ ਜਪਨ ਜਪਾਵੋ ਤੁਲਹਾ, ਹਰ ਹਰ ਜਪਨ ਜਪਾਵੋ ਆਪਣਾ, ਹਮ ਮਾਂਗੀ ਭਗਤ ਇਕਾਕੀ। ਵਾਹਿਗੁਰੂ ਜੀ ਆਪਣਾ ਨਾਮ ਜਪਾਓ, ਹਰੀ ਦਾ ਨਾਮ, ਆਪਣਾ ਨਾਮ ਜਪਾਓ। ਹਰ ਹਰ ਜਪਨ ਜਪਾਓ ਆਪਣਾ ਨਾਮ ਜਪਾਓ। ਵਾਹਿਗੁਰੂ ਆਪ ਹੀ ਨਾਮ ਜਪਾਵੇ ਤੇ ਪਿਆਰਿਓ ਨਾਮ ਜਪਿਆ ਜਾ ਸਕਦਾ। ਅਸੀਂ ਨਾਮ ਇਸ ਤਰ੍ਹਾਂ ਨਹੀਂ ਜਪ ਸਕਦੇ ਜਿਤਨੀ ਦੇਰ ਤੱਕ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾ ਹੋਵੇ, ਜਿਤਨੀ ਦੇਰ ਤੱਕ ਉਸ ਮਾਲਕ ਦੀ ਰਹਿਮਤ ਨਾ ਹੋਵੇ। ਸਤਿਗੁਰੂ ਕਹਿੰਦੇ ਨੇ ਹਰ ਹਰ ਜਪਨ ਜਪਾਓ ਆਪਣਾ ਜਾਪ ਜਪਾਓ ਮੇਰੇ ਕੋਲੋਂ, ਮੇਰੇ ਤੇ ਇਹ ਬਖਸ਼ਿਸ਼ ਕਰੋ, ਮੇਰੇ ਤੇ ਇਹ ਰਹਿਮਤ ਕਰੋ। ਹਮ ਮੰਗੇ ਭਗਤ ਕਾਕੀ, ਵਾਹਿਗੁਰੂ ਜੀ ਕੇਵਲ ਮੈਂ ਤੁਹਾਡੀ ਭਗਤੀ ਮੰਗਦਾ ਹਾਂ, ਤੁਹਾਡਾ ਨਾਮ ਮੰਗਦਾ ਹਾਂ, ਆਪਣੀ ਭਗਤੀ ਬਖਸ਼ਿਸ਼ ਕਰੋ ਮੈਨੂੰ, ਹੋਰ ਨਹੀਂ ਕੁਝ ਵੇ। ਆਪਣਾ ਨਾਮ ਜਪਾਓ। ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਉ ਹਰ ਬਚਨਾ ਕੀ। ਪ੍ਰਭੂ ਦੇ ਪਿਆਰੇ ਜਿਹੜੇ ਨੇ, ਉਹ ਮਾਲਕ ਦੇ ਪਿਆਰੇ ਜਿਹੜੇ ਨੇ, ਪਰ ਇਹ ਕਰਦੇ ਕੀ ਨੇ ਪਿਆਰਿਓ? ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਉਸ ਦਾ ਨਾਮ ਜਪਦੇ ਨੇ, ਉਸ ਵਾਹਿਗੁਰੂ